ਜਦੋਂ ਅਸੀਂ ਪੂਰੇ ਪਰਿਵਾਰ ਨਾਲ ਟ੍ਰੇਨ ਰਾਹੀਂ ਸਾਸਾਰਾਮ ਜਾ ਰਹੇ ਸੀ, ਜੀਜਾ ਜੀ ਨੂੰ ਦਫ਼ਤਰ ਤੋਂ ਛੁੱਟੀ ਨਹੀਂ ਮਿਲੀ ਸੀ। ਇਸ ਲਈ ਮੈਂ ਤੇ ਭੈਣ, ਮੰਮੀ, ਡੈਡੀ ਅਸੀਂ ਚਾਰੇ ਜਣੇ ਜਾ ਰਹੇ ਸੀ। ਮੇਰੀ ਭੈਣ ਦੇਖਣ ਵਿੱਚ ਬਹੁਤ ਹੀ ਸੋਹਣੀ, ਕੱਦ 5 ਫੁੱਟ 2 ਇੰਚ, ਨੈਣ ਨਕਸ਼ ਬਹੁਤ ਸੁੰਦਰ, ਮੋਟੀਆਂ-ਮੋਟੀਆਂ ਅੱਖਾਂ, ਬਹੁਤ ਹੀ ਵਧੀਆ ਫਿਗਰ ਦੀ ਸੀ। ਚਲੋ ਫੇਰ ਜਦੋਂ ਸਾਡੀ ਟ੍ਰੇਨ ਸ਼ਾਮ ਦੇ 6 ਵਜੇ ਇੱਥੋਂ ਰਵਾਨਾ ਹੋਈ, ਟ੍ਰੇਨ ਵਿੱਚ ਸਾਡੇ ਚਾਰਾਂ ਲਈ ਬਰਥ ਸੀ। ਉੱਪਰਲੀ ਬਰਥ ਤੇ ਇੱਕ ਫੌਜ ਦਾ ਸਿਪਾਹੀ ਪਿਆ ਸੀ, ਜਿਸ ਦੀ ਉਮਰ 36 ਦੇ ਕਰੀਬ ਸੀ ਜਾਂ 37 ਸਾਲ ਦੀ ਹੋਣੀ ਹੈ, ਅਤੇ ਉੱਪਰਲੇ ਪਾਸੇ ਦੀ ਬਰਥ ਖਾਲੀ ਸੀ। ਉਹ ਫੌਜੀ ਆਦਮੀ ਬਹੁਤ ਲੰਬਾ, ਸੋਹਣਾ ਗੱਭਰੂ ਜਵਾਨ ਸੀ। ਅਸੀਂ ਸਾਰਿਆਂ ਨੇ ਟ੍ਰੇਨ 'ਚ ਚੜ੍ਹ ਕੇ ਆਪਣਾ ਸਮਾਨ ਸੈੱਟ ਕੀਤਾ। ਉਹ ਫੌਜੀ ਆਦਮੀ ਸਿਰਫ ਵਿੰਡੋ ਸੀਟ ਤੇ ਬੈਠ ਗਿਆ ਸੀ। ਅਸੀਂ ਵੀ ਸਾਰੇ ਬੈਠ ਗਏ। ਭੈਣ ਵੀ ਵਿੰਡੋ ਸੀਟ ਤੇ ਬੈਠੀ ਸੀ। ਦੋਵੇਂ ਆਮੋ ਸਾਹਮਣੇ ਬੈਠੇ ਸਨ। ਫਿਰ ਜਦੋਂ ਮੈਂ ਬਾਹਰ ਦੇਖ ਰਹੀ ਸੀ ਤਾਂ ਮੇਰੀ ਨਜ਼ਰ ਉਸ ਆਦਮੀ ਤੇ ਪਈ। ਮੈਂ ਦੇਖਿਆ ਕਿ ਉਹ ਮੇਰੀ ਭੈਣ ਵੱਲ ਦੇਖ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚ ਹਵਸ ਦੀ ਅੱਗ ਸਾਫ਼ ਦਿਖਾਈ ਦੇ ਰਹੀ ਸੀ। ਉਹ ਉੱਪਰ ਤੋਂ ਹੇਠਾਂ ਤੱਕ ਮੇਰੀ ਭੈਣ ਦਾ ਸਭ ਕੁਝ ਧਿਆਨ ਨਾਲ ਦੇਖ ਰਿਹਾ ਸੀ। ਮੈਂ ਫਿਰ ਦੇਖਿਆ ਕਿ ਮੇਰੀ ਭੈਣ ਨੇ ਵੀ ਉਸ ਫੌਜੀ ਵੱਲ ਚੋਰੀ-ਚੋਰੀ ਦੇਖਿਆ, ਥੋੜਾ ਕੁ ਰਿਸਪੌਂਸ ਦਿੱਤਾ। ਕੁਝ ਦੇਰ ਬਾਅਦ ਉਹ ਦੋਵੇਂ ਇੱਕ ਦੂਜੇ ਨੂੰ ਡਾਇਰੈਕਟ ਦੇਖਣ ਲੱਗੇ ਤੇ ਇੱਕ ਦੂਸਰੇ ਨਾਲ ਸਮਾਈਲ ਵੀ ਕੀਤੀ। ਮੰਮੀ ਅਤੇ ਡੈਡੀ ਥੱਕ ਗਏ ਸੀ। ਜਦੋਂ ਅਸੀਂ ਗਏ ਤਾਂ ਉਹ ਵੀ ਦੋਵੇਂ 8 ਵਜੇ ਆਰਾਮ ਕਰਨ ਲਈ ਆਪਣੀ ਬਰਥ ਤੇ ਚਲੇ ਗਏ ਸੀ। ਹੁਣ ਸੀਟ ਤੇ ਸਿਰਫ ਮੈਂ ਤੇ ਮੇਰੀ ਭੈਣ, ਇੱਕ ਉਹ ਆਦਮੀ ਬੈਠੇ ਸਾਂ। ਉਸ ਆਦਮੀ ਨੇ ਮੌਕੇ ਦਾ ਫਾਇਦਾ ਉਠਾਇਆ ਤੇ ਦੀਦੀ ਨੂੰ ਕਿਹਾ, ਤੁਹਾਡਾ ਨਾਮ ਕੀ ਹੈ ਜੀ? ਹਾਂ, ਦੀਦੀ ਨੇ ਕਿਹਾ, ਮੇਰਾ ਨਾਮ ਪੱਲਵੀ ਹੈ। ਉਸਨੇ ਕਿਹਾ ਕਿ ਮੈਂ ਫੌਜ ਵਿੱਚ ਨੌਕਰੀ ਕਰਦਾ ਹਾਂ। ਮੈਂ ਬਹੁਤ ਸਾਰੀਆਂ ਥਾਵਾਂ ਤੇ ਘੁੰਮਣ ਦਾ ਸ਼ੌਕੀਨ ਤੇ ਘੁੰਮਦਾ ਹੀ ਰਹਿੰਦਾ ਹਾਂ, ਪਰ ਮੈਂ ਅੱਜ ਤੱਕ ਕਿਤੇ ਵੀ ਨਹੀਂ ਦੇਖਿਆ ਕਿ ਤੇਰੇ ਵਰਗੀਆਂ ਸੋਹਣੀਆਂ ਕੁੜੀਆਂ ਵੀ ਇਸ ਦੁਨੀਆ ਤੇ ਹਨ। ਇਸ ਗੱਲ ਤੇ ਆਪਣੀ ਤਾਰੀਫ ਸੁਣ ਕੇ ਦੀਦੀ ਬਹੁਤ ਖੁਸ਼ ਹੋ ਗਈ ਤੇ ਉਹ ਹੱਸਣ ਲੱਗੀ। ਫਿਰ ਦੀਦੀ ਨੇ ਆਪਣੇ ਬਾਰੇ ਦੱਸਿਆ। ਉਹ ਦੋਨਾਂ ਵਿੱਚ ਕਾਫੀ ਗੱਲਬਾਤ ਸ਼ੁਰੂ ਹੋ ਗਈ। ਮੈਂ ਚੁੱਪਚਾਪ ਦੋਵਾਂ ਦੀਆਂ ਗੱਲਾਂ ਸੁਣ ਰਹੀ ਸੀ। ਕੁਝ ਦੇਰ ਬਾਅਦ ਦੀਦੀ ਨੂੰ ਬਾਥਰੂਮ ਜਾਣ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਉਹਨੇ ਮੈਨੂੰ ਕਿਹਾ ਕਿ ਛੋਟੀ, ਤੂੰ ਆਪਣਾ ਸਮਾਨ ਤੇ ਚੀਜ਼ਾਂ ਚੈੱਕ ਕਰ, ਮੈਂ ਬਾਥਰੂਮ ਹੋ ਆਵਾਂ। ਦੀਦੀ ਟਾਇਲਟ ਵੱਲ ਚਲੀ ਗਈ। ਉਸਦੇ ਜਾਣ ਤੋਂ 2 ਮਿੰਟ ਬਾਅਦ ਉਹ ਆਦਮੀ ਵੀ ਉੱਠਿਆ ਤੇ ਕਮਰੇ ਵੱਲ ਚਲਾ ਗਿਆ। ਪਰ ਮੈਨੂੰ ਇਸ ਬੰਦੇ ਤੇ ਕੁਝ ਪਹਿਲਾਂ ਤੋਂ ਹੀ ਸ਼ੱਕ ਸੀ। ਮੈਂ ਚੁੱਪ ਰਹੀ। ਫਿਰ ਵੀ ਮੈਨੂੰ ਬੇਚੈਨੀ ਮਹਿਸੂਸ ਹੋ ਰਹੀ ਸੀ ਤਾਂ ਮੈਂ ਵੀ ਪਿੱਛੇ ਚਲੀ ਗਈ। ਜਦੋਂ ਮੈਂ ਦਰਵਾਜ਼ੇ ਦੇ ਨੇੜੇ ਗਈ ਤਾਂ ਮੈਂ ਥੋੜਾ ਜਿਹਾ ਪਹਿਲਾਂ ਤਾਂ ਰੁਕੀ। ਫਿਰ ਮੈਂ ਦੇਖਿਆ ਕਿ ਦੀਦੀ ਅਤੇ ਉਹ ਆਦਮੀ ਦਰਵਾਜ਼ੇ ਕੋਲ ਖੜੇ ਸਨ ਤੇ ਮੱਠੀ ਜਿਹੀ ਆਵਾਜ਼ ਵਿੱਚ ਕੁਝ ਗੱਲਾਂ ਕਰ ਰਹੇ ਸਨ। ਮੈਂ ਲੁਕ ਕੇ ਦੇਖਿਆ ਕਿ ਦੀਦੀ ਦਰਵਾਜ਼ੇ ਦੇ ਨੇੜੇ ਖੜੀ ਸੀ ਤੇ ਉਹ ਆਦਮੀ ਬਿਲਕੁਲ ਉਹਦੇ ਕੋਲ ਹੀ ਖੜਾ ਸੀ। ਮੈਂ ਉਸਦੇ ਮੋਢਿਆਂ ਕੋਲ ਹੀ ਹੱਥ ਰੱਖ ਕੇ ਖੜੀ ਸੀ ਤੇ ਉਹ ਦੋਵੇਂ ਖੜੇ ਹੱਸਦੇ ਗੱਲਾਂ ਕਰ ਰਹੇ ਸੀ। ਕੁਝ ਦੇਰ ਬਾਅਦ ਦੋਵੇਂ ਇੱਕ ਦੂਜੇ ਦੇ ਹੋਰ ਨੇੜੇ ਹੋ ਗਏ। ਇਹ ਗੱਲ ਦੇਖ ਕੇ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਦੀਦੀ ਇਸ ਤਰ੍ਹਾਂ ਕਿਸੇ ਅਜਨਬੀ ਨਾਲ ਅਜਿਹਾ ਕਿਉਂ ਕਰਦੀ ਆ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਹਜੇ ਬਹੁਤ ਕੁਝ ਦੇਖਣਾ ਬਾਕੀ ਹੈ, ਇਸ ਤੋਂ ਵੀ ਗੰਦਾ। ਮੈਂ ਦੇਖਣਾ ਚਾਹੁੰਦੀ ਸੀ ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਕਰਦਾ। ਮੈਂ ਆਪਣੀ ਭੈਣ ਨੂੰ ਇਸ ਕੰਮ ਤੋਂ ਬਚਾਉਣ ਲਈ ਆਵਾਜ਼ ਮਾਰੀ। ਮੇਰੀ ਆਵਾਜ਼ ਸੁਣਦੇ ਹੀ ਉਹ ਦੋਵੇਂ ਵੱਖੋ-ਵੱਖ ਹੋ ਗਏ। ਦੀਦੀ ਭਾਵੇਂ ਮੇਰੇ ਤੋਂ ਵੱਡੀ ਸੀ, ਪਰ ਮੇਰੀ ਆਵਾਜ਼ ਸੁਣਦੇ ਸਾਰ ਹੀ ਡਰਦੀ ਪਈ ਸੀ। ਪਰ ਮੈਂ ਉਸ ਤੋਂ ਛੋਟੀ ਸੀ ਤੇ ਕੁਮਾਰੀ 15 ਸਾਲ ਦੀ ਕੁੜੀ ਸੀ। ਉਹ ਵਿਆਹੀ ਹੋਈ ਸੀ, ਇਸ ਲਈ ਉਹ ਆਜ਼ਾਦ ਖੜੀ ਸੀ। ਉਸਨੇ ਮੇਰੇ ਪ੍ਰਤੀ ਕੋਈ ਵੀ ਸੰਕੋਚ ਨਹੀਂ ਦਿਖਾਇਆ। ਮੇਰੇ ਆਵਾਜ਼ ਮਾਰਨ ਤੇ ਦੀਦੀ ਮੇਰੇ ਨਾਲ ਬਰਥ ਤੇ ਵਾਪਸ ਆ ਗਈ। ਉਸ ਦਿਨ ਏਸੀ ਕਲਾਸ ਵਿੱਚ ਕਈ ਬਰਥਾਂ ਖਾਲੀ ਸਨ। ਏਸੀ ਵਿੱਚ ਬਹੁਤ ਸਾਰੀਆਂ ਬਰਥਾਂ ਸਨ, ਜਿਨ੍ਹਾਂ ਵਿੱਚ ਸਾਰੀਆਂ 6 ਬਰਥਾਂ ਖਾਲੀ ਸੀ ਤੇ ਪਰਦੇ ਵੀ ਲਗਾਏ ਹੋਏ ਸਨ। ਹੁਣ ਅਸੀਂ ਸਾਰੇ ਜਾਣੇ 10 ਵਜੇ ਰਾਤ ਦਾ ਖਾਣਾ ਖਾ ਕੇ ਸੌਂ ਗਏ। ਭੈਣ ਵੀ ਘੂਕ ਸੁੱਤੀ ਪਈ ਸੀ। ਅਚਾਨਕ ਫਿਰ ਮੈਨੂੰ ਕਿਸੇ ਦੀ ਘੁਸਰ-ਮੁਸਰ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਦੇਖਿਆ ਕਿ ਉਹ ਆਦਮੀ ਆਪਣੀ ਉੱਪਰਲੀ ਬਰਥ ਤੋਂ ਦੀਦੀ ਨੂੰ ਵਿਚਕਾਰਲੀ ਬਰਥ ਤੇ ਆਉਣ ਲਈ ਕੁਝ ਕਹਿ ਰਿਹਾ ਸੀ। ਮੈਂ ਉਸ ਸਮੇਂ ਸੌਣ ਦਾ ਨਾਟਕ ਕਰਨ ਲੱਗੀ। ਲਗਭਗ 10 ਮਿੰਟ ਬਾਅਦ ਉਹ ਬੰਦਾ ਉੱਠ ਕੇ ਟਾਇਲਟ ਵੱਲ ਚਲਾ ਗਿਆ। ਦੀਦੀ ਵੀ ਉੱਠ ਕੇ ਦੱਬੇ ਪੈਰੀਂ ਉਹਦੇ ਪਿੱਛੇ ਹੌਲੀ-ਹੌਲੀ ਉਸੇ ਦਿਸ਼ਾ ਵੱਲ ਚਲੀ ਗਈ।
ਮੈਂ ਅੱਖੀਂ ਇਹ ਸਭ ਕੁਝ ਦੇਖ ਕੇ ਮੈਨੂੰ ਪੂਰਾ ਸ਼ੱਕ ਹੋ ਗਿਆ ਕਿ ਅੱਜ ਕੁਝ ਗਲਤ ਹੋਣ ਵਾਲਾ ਹੈ। ਮੈਂ ਵੀ ਝੱਟ ਉੱਠ ਕੇ ਉਸ ਦੇ ਪਿੱਛੇ ਟਾਇਲਟ ਵੱਲ ਚਲੀ ਗਈ, ਪਰ ਉਹਨਾਂ ਨੂੰ ਮੇਰਾ ਡਰ ਨਹੀਂ ਸੀ। ਮੈਂ ਦੋਵਾਂ ਵਿੱਚੋਂ ਕਿਸੇ ਨੂੰ ਵੀ ਉੱਥੇ ਕਿਸੇ ਟਾਇਲਟ ਵਿੱਚ ਨਹੀਂ ਦੇਖਿਆ। ਫਿਰ ਮੈਨੂੰ ਯਾਦ ਆਇਆ ਕਿ ਸਾਡੇ ਅੱਗੇ ਵਾਲੇ ਕੋਚ ਵਿੱਚ ਕੁਝ ਬਿਲਕੁਲ ਖਾਲੀ ਕੂਪ ਪਏ ਹਨ, ਪਰਦੇ ਦੇ ਪਿੱਛੇ ਖਾਲੀ ਪਏ ਹਨ। ਮੈਂ ਜਲਦੀ ਨਾਲ ਆਪਣੇ ਨਾਲ ਵਾਲੇ ਕੂਪ ਵਿੱਚ ਗਈ। ਮੈਂ ਉੱਥੇ 1-2 ਕੈਬਨਾਂ ਵਿੱਚ ਪਰਦੇ ਵੀ ਹਟਾ ਦਿੱਤੇ, ਪਰ ਫਿਰ ਵੀ ਮੈਨੂੰ ਉੱਥੇ ਕੋਈ ਦਿਖਾਈ ਨਹੀਂ ਦਿੱਤਾ। ਮੈਂ ਸੋਚਣ ਲੱਗੀ ਕਿ ਮੇਰੀ ਭੈਣ ਦਾ ਸਵਾਲ ਹੈ, ਜੋ ਮਰਜ਼ੀ ਹੋ ਜਾਵੇ ਮੈਂ ਉਸ ਨੂੰ ਲੱਭ ਕੇ ਰਹੂੰਗੀ, ਫਿਰ ਦੇਖਾਂਗੀ ਕੀ ਹੁੰਦਾ ਹੈ। ਜਿਵੇਂ ਹੀ ਮੈਂ ਤੀਜਾ ਪਰਦਾ ਹਟਾਇਆ ਤਾਂ ਮੈਂ ਦੇਖਿਆ ਕਿ ਇਹ ਸਭ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕੀ। ਉਹ ਫੌਜੀ ਆਪਣੇ ਕੱਪੜੇ ਉਤਾਰ ਰਿਹਾ ਸੀ। ਹੇਠਲੀ ਬਰਥ ਤੇ ਮੇਰੀ ਭੈਣ ਪੂਰੀ ਤਰ੍ਹਾਂ ਬੇਹੋਸ਼ ਪਈ ਸੀ। ਪਤਾ ਨਹੀਂ ਉਸ ਆਦਮੀ ਨੇ ਮੇਰੀ ਭੈਣ ਨੂੰ ਕੀ ਸੁੰਘਾਇਆ ਸੀ ਕਿ ਮੇਰੀ ਭੈਣ ਦੇ ਸਾਰੇ ਕੱਪੜੇ ਇਸ ਫੌਜੀ ਨੇ ਪਾੜ ਕੇ ਥੱਲੇ ਸੁੱਟ ਦਿੱਤੇ ਸਨ। ਇਹ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਹੁਣ ਮੈਂ ਦੋਹਾਂ ਨੂੰ ਇਸ ਹਾਲਾਤ ਵਿੱਚ ਦੇਖਿਆ ਤਾਂ ਮੈਂ ਸੋਚਣ ਲੱਗੀ ਕਿ ਮੈਂ ਕੀ ਕਰਾਂ। ਜੇ ਮੈਂ ਕੁਝ ਕਹਾਂਗੀ ਤਾਂ ਦੀਦੀ ਨੂੰ ਇਹ ਫੌਜੀ ਚਲਦੀ ਟ੍ਰੇਨ ਵਿੱਚੋਂ ਕਿਤੇ ਥੱਲੇ ਨਾ ਛੁੱਟ ਦੇਵੇ। ਮੈਂ ਮਜਬੂਰ ਸਾਂ, ਛੋਟੀ ਵਾਲੀ ਸੀ, ਮੈਂ ਕੁਝ ਕਰ ਸਕਦੀ ਇਸ ਹਾਲਾਤ ਵਿੱਚ ਨਹੀਂ ਸੀ। ਮੈਂ ਚੁੱਪਚਾਪ ਇਹ ਸਭ ਕੁਝ ਦੇਖਣਾ ਹੀ ਬਿਹਤਰ ਸਮਝਿਆ। ਮੈਂ ਦੇਖਣ ਲੱਗ ਪਈ ਕਿ ਇਹ ਕੀ ਹੋ ਰਿਹਾ ਹੈ। ਉਹ ਫੌਜੀ ਪੂਰੀ ਤਰ੍ਹਾਂ ਆਪੇ ਤੋਂ ਬਾਹਰ ਸੀ ਅਤੇ ਨਿਡਰ ਹੋ ਕੇ ਚਲਦੀ ਟ੍ਰੇਨ ਵਿੱਚ ਹੀ ਮੇਰੀ ਭੈਣ ਨਾਲ ਸਭ ਕੁਝ ਕਰਨ ਨੂੰ ਪੂਰਾ ਤਿਆਰ ਹੋ ਗਿਆ। ਮੇਰੀ ਭੈਣ ਇਹ ਸਭ ਕਾਸੇ ਤੋਂ ਅਣਜਾਣ ਸੀ। ਉਸ ਨੂੰ ਕੁਝ ਵੀ ਨਹੀਂ ਪਤਾ ਸੀ ਕਿ ਉਹਦੇ ਨਾਲ ਕੀ ਹੋਣ ਵਾਲਾ, ਕਿਉਂਕਿ ਉਹ ਤਾਂ ਬੇਹੋਸ਼ ਸੀ। ਸੋ ਦੋਸਤੋ, ਤੁਸੀਂ ਵੀ ਜੇਕਰ ਕਦੇ ਕਿਤੇ ਵੀ ਸਫ਼ਰ ਵਿੱਚ ਜਾਓ ਤਾਂ ਇੰਨੀ ਲਾਪਰਵਾਹੀ ਨਾ ਵਰਤੋ ਤਾਂ ਕਿ ਕੋਈ ਅਜਨਬੀ ਸਾਡਾ ਮੌਕਾ ਦੇਖ ਕੇ ਫਾਇਦਾ ਚੁੱਕੇ। ਵੀਡੀਓ ਕਹਾਣੀ ਚੰਗੀ ਲੱਗੀ ਜੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਪਲੀਜ਼। ਦੋਸਤੋ ਧੰਨਵਾਦ ਜੀ ਵੀਡੀਓ ਦੇਖਣ ਲਈ।